ਦੇ ਤਖਤਾਂ ਤੇ ਸੁਭਾਇਮਾਨ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਸੋਰਠ ਰਾਗ ਦੇ ਅੰਦਰ ਤੀਸਰੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 601 ਤੇ ਆਰੰਭ ਹੋ ਕੇ 602 ਅੰਗ ਤੇ ਸੰਪੂਰਨਤਾ ਹੈ ਕਰਨ ਜੋ ਇਸ ਸ਼ਬਦ ਦੇ ਵਿੱਚ ਸਿਧਾਂਤ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਆਪਾਂ ਕਰ ਸਕੀਏ। ਆਪ ਜਿਤਨੀ ਸੰਗਤ ਸਤਿਗੁਰਾਂ ਦੇ ਹਜ਼ੂਰ ਵਿੱਚ ਬੈਠੇ ਹੋ, ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਗਵਾਉਣਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਫੁਰਨਿਆਂ ਨੂੰ ਸੰਕੋਚਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਲਗਵਾਓ। ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੈ ਭਾਣੈ ਵਿੱਚ ਆਵੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਬਚਨ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਿੱਖ ਕੌਣ ਹੈ, ਮਿੱਤਰ ਕੌਣ ਹੈ, ਭਰਾ ਕੌਣ ਹੈ, ਰਿਸ਼ਤੇਦਾਰ ਕੌਣ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਮੈਂ ਮਿੱਤਰ ਬਣਾਉਣ ਨੂੰ ਤਿਆਰ ਹਾਂ, ਮੈਂ ਪੁੱਤਰ ਬਣਾਉਣ ਨੂੰ ਵੀ ਤੁਹਾਨੂੰ ਤਿਆਰ ਹਾਂ, ਮੈਂ ਤੁਹਾਨੂੰ ਆਪਣਾ ਸੱਜਣ ਰਿਸ਼ਤੇਦਾਰ ਬਣਾਉਣ ਨੂੰ ਵੀ ਤਿਆਰ ਹਾਂ। ਪਰ ਇੱਕ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਕੰਡੀਸ਼ਨ ਲਾ ਦਿੱਤੀ। ਸਤਿਗੁਰੂ ਮਹਾਰਾਜ ਕਹਿੰਦੇ ਇੱਕ ਕੰਮ ਕਰਨਾ ਪੈਣਾ। ਕੀ ਕੰਮ ਕਰਨਾ ਪੈਣਾ ਹੈ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਗੁਰ ਕੇ ਭਾਣੇ ਵਿੱਚ ਆਵੇ। ਜੇ ਸ਼ਬਦ ਨਾਲ ਲਾ ਦਿੱਤਾ, ਸਤਿਗੁਰੂ ਮਹਾਰਾਜ ਕਹਿੰਦੇ ਆ ਅਸਲ ਦੇ ਵਿੱਚ ਮੇਰਾ ਸਿੱਖ ਹੀ ਉਹ ਹੈ। ਚਲੋ ਸਾਡਾ ਤੇ ਰਿਸ਼ਤਾ ਗੁਰੂ ਨਾਲ, ਅਸੀਂ ਗੁਰੂ ਦੀ ਕੁੱਲ ਦੇ ਵਿੱਚੋਂ ਵੀ ਨਹੀਂ ਆ, ਗੁਰੂ ਕੇ ਖਾਨਦਾਨ ਵਿੱਚੋਂ ਵੀ ਨਹੀਂ ਆ, ਗੁਰੂ ਦੇ ਆਪਣੇ ਜੋ ਬਿੰਦੀ ਪੁੱਤਰ ਨੇ ਉਹਨਾਂ ਦੇ ਵਿੱਚੋਂ ਵੀ ਨਹੀਂ ਆ। ਨਾ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਰਿਸ਼ਤੇਦਾਰ ਆ, ਨਾ ਅਸਲ ਦੇ ਵਿੱਚ ਉਹਨਾਂ ਦਾ ਕੋਈ ਖੂਨ ਦਾ ਰਿਸ਼ਤਾ ਅਸੀਂ ਰੱਖਦੇ। ਸਾਡਾ ਰਿਸ਼ਤਾ ਜਿਹੜਾ ਸਤਿਗੁਰੂ ਮਹਾਰਾਜ ਨਾਲ ਹੈ ਉਹ ਹੈ ਸਿੱਖੀ ਦਾ। ਤੇ ਸਤਿਗੁਰੂ ਮਹਾਰਾਜ ਨੇ ਪਹਿਲਾ ਸ਼ਬਦ ਹੀ ਸਿੱਖ ਵਰਤਿਆ। ਬੰਦਪ ਨੂੰ, ਸਖੇ ਨੂੰ, ਮਿੱਤਰ ਨੂੰ, ਭਾਈਆਂ ਨੂੰ ਪਿੱਛੇ ਰੱਖ ਕੇ ਸਤਿਗੁਰੂ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਸੋ ਸਿੱਖ। ਕੌਣ ਆ ਸਿੱਖ? ਪਹਿਲੀ ਤਾਂ ਗੱਲ ਜੀ ਰਹਿਤ ਮਰਿਆਦਾ ਨੂੰ ਜ਼ਰੂਰ ਪੜ੍ਹੋ ਇੱਕ ਵਾਰੀ। ਤੇ ਰਹਿਤ ਮਰਿਆਦਾ ਜਿੱਦਣ ਤੁਸੀਂ ਸ਼ੁਰੂ ਕਰੋਗੇ ਨਾ ਪੜ੍ਹਨੀ, ਥੋੜ੍ਹੇ ਜਿਹੇ ਪੇਜ ਨੇ, 25-30 ਪੇਜ ਦੀ ਛੋਟੀ ਜਿਹੀ ਕਿਤਾਬ ਹੈ। ਤੇ ਪਹਿਲੇ ਹੀ ਪੇਜ ਦੇ ਉੱਪਰ ਜਿੱਥੇ ਰਹਿਤ ਮਰਿਆਦਾ ਸ਼ੁਰੂ ਹੋਏਗੀ ਉੱਥੇ ਸਿੱਖ ਦੀ ਪਰਿਭਾਸ਼ਾ ਲਿਖੀ ਹੈ ਕਿ ਸਿੱਖ ਕਿਹਨੂੰ ਆਖਦੇ ਆ। ਥੋੜ੍ਹੇ ਸ਼ਬਦਾਂ ਦੇ ਵਿੱਚ ਮੈਂ ਬੇਨਤੀ ਕਰਾਂ, ਉੱਥੇ ਇਹ ਗੱਲ ਤੇ ਜ਼ੋਰ ਦਿੱਤਾ ਗਿਆ, ਇਸ ਗੱਲ ਨੂੰ ਲਿਖਿਆ ਗਿਆ ਹੈ ਕਿ ਸਿੱਖ ਅਸਲ ਦੇ ਵਿੱਚ ਉਹ ਆ ਕਿ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 10ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛਕਾਏ ਹੋਏ ਅੰਮ੍ਰਿਤ ਦੇ ਉੱਪਰ ਨਿਸ਼ਚਾ, ਭਰੋਸਾ, ਅਕੀਦਾ ਰੱਖਦਾ ਹੈ। ਤੇ ਕਿਸੇ ਹੋਰ ਮੜੀ, ਮਸਾਨ, ਕਬਰ, ਦੇਹਧਾਰੀ, ਪਖੰਡੀ ਨੂੰ, ਕਿਸੇ ਤਰੀਕੇ ਦੇ ਕਰਮਕਾਂਡ ਕਰਨ ਵਾਲੇ ਨੂੰ ਨਹੀਂ ਮੰਨਦਾ। ਉਹਨੂੰ ਕੀ ਕਹਿੰਦੇ ਨੇ? ਸਿੱਖ ਆਖਦੇ ਆ। ਹੁਣ ਇੱਥੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਕਿ ਜੇ ਗੁਰ ਕੇ ਭਾਣੇ ਵਿੱਚ ਆਵੇ। ਇਹਨੂੰ ਜੇ ਵੀ ਨਹੀਂ ਕਹਿ ਸਕਦੇ ਕਿਉਂਕਿ ਲਗ ਮਾਤਰਾ ਸਿਹਾਰੀ ਹੁੰਦੀ, ਅੱਧੀ ਮਾਤਰਾ ਹੁੰਦੀ, ਇਹਦਾ ਉਤਾਰਨ ਹੋਣਾ ਜੇ ਗੁਰ ਕੇ ਭਾਣੇ ਵਿੱਚ ਆਵੇ। ਹੁਣ ਸਤਿਗੁਰੂ ਮਹਾਰਾਜ ਭਾਣੇ ਦੀ ਗੱਲ ਕਰਦੇ ਆ ਤੇ ਭਾਣੇ ਦਾ ਮਤਲਬ ਹੈ ਕਿ ਗੁਰੂ ਦੇ ਕਹਿਣ ਦੇ ਵਿੱਚ ਆ ਜੇ। ਭਾਣੇ ਦੇ ਅਰਥ ਨੇ ਕਿ ਗੁਰੂ ਦੀ ਮਰਿਆਦਾ ਦੇ ਵਿੱਚ ਆ ਜੇ।
ਜੇ ਇਹ ਪਿਛਲੇ ਇਤਿਹਾਸ ਨੂੰ ਪੜ੍ਹ ਕੇ ਦੇਖੋ, ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਇੱਕ ਨਗਰ ਦੇ ਵਿੱਚ ਗਏ। ਉੱਥੇ ਇੱਕ ਖੱਤਰੀ ਜਾਤ ਦਾ ਜਿਹਦਾ ਨਾਮ ਸੀ ਮੂਲ ਚੰਦ, ਉਹ ਆਪਣੀ ਦੁਕਾਨਦਾਰੀ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਮਰਦਾਨੇ ਨੂੰ 2 ਕਾਗਜ਼ ਤੇ ਪਰਚੀਆਂ ਲਿਖ ਕੇ ਦੇ ਦਿੰਦੇ ਆ, ਕਹਿੰਦੇ ਜਾਂ ਸੱਚ ਤੇ ਝੂਠ ਖਰੀਦ ਕੇ ਲੈ ਕੇ ਆ। ਉਹ ਸਾਰੇ ਦੁਕਾਨਾਂ ਦੇ ਉੱਤੇ ਗਿਆ, ਭਾਈ ਮਰਦਾਨਾ ਸਾਹਿਬ ਜੀ ਜਾਂਦੇ ਨੇ ਤੇ ਕਿਤਿਓਂ ਇਹ ਜਵਾਬ ਉੱਤਰ ਨਹੀਂ ਮਿਲਿਆ। ਇਹ ਮੂਲ ਚੰਦ ਦੀ ਮੂਲੇ ਖੱਤਰੀ ਦੀ ਦੁਕਾਨ ਦੇ ਉੱਪਰ ਗਏ। ਇਹ ਥੋੜਾ ਜਿਹਾ ਸਿਆਣਾ, ਦੂਸਰਿਆਂ ਦੇ ਨਾਲੋਂ ਧਰਮ ਦੀ ਸਿੱਖਿਆ ਰੱਖਣ ਵਾਲਾ, ਇਹਨੇ ਇੱਕ ਕਾਗਜ਼ ਤੇ ਲਿਖ ਦਿੱਤਾ ਕਿ ਜਿਹੜਾ ਜਿਉਣਾ ਹੈ ਇਹ ਅਸਲ ਦੇ ਵਿੱਚ ਝੂਠ ਹੈ ਤੇ ਮਰਨਾ ਸੱਚ ਹੈ। ਗੁਰੂ ਸਾਹਿਬ ਜੀ ਨੇ ਕਿਹਾ ਕਿ ਉਹਨੂੰ ਬੁਲਾ ਕੇ ਲੈ ਕੇ ਆ, ਜਿਹੜਾ ਉੱਤਰ ਦੇ ਦੇ ਉਹਨੂੰ ਨਾਲ ਲੈ ਕੇ ਆਏ। ਸਤਿਗੁਰੂ ਮਹਾਰਾਜ ਜੀ ਦੀ ਸੰਗਤ ਕੀਤੀ, ਬੜਾ ਪ੍ਰਸੰਨ, ਬੜਾ ਪ੍ਰਭਾਵਿਤ ਹੋਇਆ। ਕੁਝ ਦਿਨ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੀ ਰਿਹਾ। ਹੁਣ ਥੋੜੇ ਦਿਨਾਂ ਤੋਂ ਬਾਅਦ ਵਿੱਚ ਜਦੋਂ ਵਾਪਸ ਘਰੇ ਆਇਆ ਤੇ ਘਰ ਵਾਲੀ ਕਹਿੰਦੀ ਤੁਸੀਂ ਇੰਨੇ ਦਿਨ ਲਾ ਕੇ ਆਏ। ਉਹਨੇ ਦੱਸਿਆ ਕਿ ਇੱਕ ਰੱਬ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ ਤੇ ਉਹਨਾਂ ਦੀ ਸੰਗਤ ਵਿੱਚ ਰਿਹਾ। ਘਰ ਵਾਲੀ ਨੇ ਜਿੱਦ ਕੀਤੀ, ਕਹਿੰਦੀ ਹੁਣ ਨਾ ਤੁਸੀਂ ਜਾਇਓ, ਕੀ ਪਤਾ ਹੁਣ ਅਗਲੀ ਵਾਰੀ ਹੁਣ ਗਏ ਤੇ ਕਿੰਨੇ ਦਿਨਾਂ ਬਾਅਦ ਤੁਸੀਂ ਆਏ ਹੋ, ਤੇ ਜੇ ਬਾਅਦ ਵਿੱਚ ਚਲੇ ਗਏ ਤੇ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਤੁਸੀਂ ਵਾਪਸ ਆਓਗੇ। ਹੋਇਆ ਇਸ ਤਰ੍ਹਾਂ, ਕਹਿੰਦੇ ਹੁਣ ਤੁਹਾਨੂੰ ਮੈਂ ਜਾਣ ਨਹੀਂ ਦੇਣਾ। ਗੁਰੂ ਨਾਨਕ ਦੇਵ ਮਹਾਰਾਜ ਕੁਝ ਦਿਨਾਂ ਬਾਅਦ ਆਏ, ਆਵਾਜ਼ ਦਿੱਤੀ, ਭਾਈ ਮੂਲਿਆ ਬਾਹਰ ਆ, ਅਸੀਂ ਤੈਨੂੰ ਮਿਲਣ ਵਾਸਤੇ ਆਇਆ। ਹੁਣ ਭਾਈ ਮੂਲਾ ਤੇ ਬਾਹਰ ਨਹੀਂ ਆਇਆ। ਆਵਾਜ਼ ਸੁਣ ਕੇ ਤੇ ਪਿਛਲੇ ਪਾਸੇ ਜਾ ਕੇ ਪਾਥੀਆਂ ਦੇ ਢੇਰ ਸੀ, ਘੂਰਾ ਲੱਗਿਆ ਸੀ, ਉਹਦੇ ਵਿੱਚ ਜਾ ਕੇ ਲੁਕ ਗਿਆ। ਤੇ ਘਰ ਵਾਲੀ ਕਹਿੰਦੀ ਤੁਸੀਂ ਨਾ ਸਾਹਮਣੇ ਆਇਓ, ਮੈਂ ਆਪੇ ਮੋੜ ਦੂੰਗੀ। ਘਰ ਵਾਲੀ ਬਾਹਰ ਗਈ, ਕਹਿੰਦੇ ਜੀ ਉਹ ਤਾਂ ਘਰੇ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਉਹ ਸਾਡਾ ਮਿੱਤਰ ਹੈ, ਸਾਡਾ ਸਿੱਖ ਹੈ, ਸਾਡੇ ਨਾਲ ਉਹਦੀ ਸਾਂਝ ਬਣੀ ਹੈ ਤੇ ਉਹਨੂੰ ਬੁਲਾਓ। ਗੁਰੂ ਸਾਹਿਬ ਨੇ ਫਿਰ ਆਵਾਜ਼ ਦਿੱਤੀ, ਭਾਈ ਮੂਲਿਆ ਬਾਹਰ ਆ। ਉਹ ਕਹਿੰਦੀ ਮੈਂ ਤੁਹਾਨੂੰ ਇੱਕ ਵਾਰੀ ਕਿਹਾ, ਪਤਾ ਨਹੀਂ ਲੱਗਦਾ ਕਿ ਉਹ ਘਰ ਦੇ ਵਿੱਚ ਨਹੀਂ ਹੈਗੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਤੀਸਰੀ ਆਵਾਜ਼ ਦਿੱਤੀ, ਭਾਈ ਮੂਲਿਆ ਅਸੀਂ ਤੇਰੇ ਮਿਲਣ ਵਾਸਤੇ ਆਏ, ਤੂੰ ਬਾਹਰ ਕਿਉਂ ਨਹੀਂ ਆਉਂਦਾ। ਘਰ ਵਾਲੀ ਕਹਿੰਦੀ ਹੱਦ ਹੋ ਗਈ, ਮੈਂ ਤੁਹਾਨੂੰ ਕਿੰਨੀ ਵਾਰੀ ਕਹਿ ਚੁੱਕੀ ਹਾਂ ਕਿ ਉਹ ਘਰ ਵਿੱਚ ਹੈ ਨਹੀਂ, ਮੈਂ ਬਾਰ-ਬਾਰ ਕਹਿੰਦੀ ਉਹ ਹੈ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਜੇ ਨਹੀਂ ਹੈ ਤੇ ਹੋਣਾ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿ ਕੇ ਚਲੇ ਗਏ। ਸਤਿਗੁਰੂ ਮਹਾਰਾਜ ਅਜੇ ਥੋੜੀ ਦੂਰ ਗਏ, ਇੰਨੇ ਚਿਰ ਨੂੰ ਮੂਲਾ ਤੜਫਦਾ ਹੋਇਆ ਵਿਹੜੇ ਦੇ ਵਿੱਚ ਆ ਕੇ ਲੇਟ ਗਿਆ। ਤੜਫੀ ਜਾਂਦਾ ਪਿਆ, ਪਤਾ ਲੱਗਿਆ ਸੱਪ ਲੜ ਗਿਆ। ਘਰ ਵਾਲੀ ਇੱਧਰ ਉੱਧਰ ਦੌੜੀ, ਇੰਨੇ ਚਿਰ ਨੂੰ ਪ੍ਰਾਣ ਨਿਕਲ ਗਏ। ਉੱਚੀ ਉੱਚੀ ਰੌਲਾ ਪਾਉਂਦੀ ਪਈ, ਆਂਢ ਗੁਆਂਢ ਇਕੱਠਾ ਹੋ ਗਿਆ। ਹੁਣ ਆਂਢ ਗੁਆਂਢ ਜਿਸ ਵੇਲੇ ਇਕੱਠਾ ਹੋਇਆ, ਯਾਦ ਆਇਆ ਕਿ ਮੈਂ ਸਾਧੂ ਨੂੰ, ਮੈਂ ਮਹਾਤਮਾ ਨੂੰ, ਮੈਂ ਰੱਬ ਰੂਪ ਗੁਰੂ ਨਾਨਕ ਨੂੰ ਕਹਿ ਦਿੱਤਾ ਕਿ ਘਰੇ ਨਹੀਂ, ਸ਼ਾਇਦ ਝੂਠ ਬੋਲਣ ਦਾ ਪਾਪ ਲੱਗ ਗਿਆ। ਮੈਂ ਕਿਹਾ ਕਿ ਉਹ ਘਰੇ ਨਹੀਂ ਤੇ ਉਹ ਜਾਣ ਲੱਗਿਆ ਸੁਭਾਵਕ ਇਹ ਗੱਲ ਕਹਿ ਕੇ ਗਏ, ਫਿਰ ਹੋਣਾ ਹੀ ਨਹੀਂ। ਤੇ ਉਹ ਆ ਭਾਣਾ ਵਰਤ ਗਿਆ। ਪਿੰਡ ਵਾਲਿਆਂ ਨੂੰ ਕਿਹਾ, ਕਹਿੰਦੇ ਚੁੱਕੋ ਇਹਨੂੰ, ਮੰਜੇ ਦੇ ਉੱਤੇ ਪਾਇਆ। ਕਹਿੰਦੇ ਅਜੇ ਸਾਧੂ ਦੂਰ ਨਹੀਂ ਗਿਆ ਹੋਣਾ, ਮਗਰ ਚੱਲਦੇ ਉਹਨਾਂ ਨੂੰ ਕਹਿੰਦੇ ਭੁੱਲ ਬਖਸ਼ਾਉਣੇ ਆ, ਮਾਫੀ ਮੰਗ ਲੈਂਦੇ ਆ। ਜਦੋਂ ਗਏ ਸਤਿਗੁਰੂ ਮਹਾਰਾਜ ਪਿੰਡ ਦੇ ਬਾਹਰ ਵਾਰੀ ਬੈਠੇ ਸੀ, ਜਾ ਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਲਟਾ ਦਿੱਤਾ। ਕਹਿਣ ਲੱਗੇ ਸਤਿਗੁਰੂ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਸਮਝ ਨਹੀਂ ਸੀ, ਤੁਸੀਂ ਇੰਨੀ ਬਰਕਤ ਦੇ ਮਾਲਕ ਹੋ, ਤੁਹਾਡੇ ਅੰਦਰ ਇੰਨੀ ਪਰਮਾਤਮਾ ਦੀ ਕਲਾ ਵਰਤਦੀ ਪਈ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਹੁਣ ਹੋ ਕੁਝ ਨਹੀਂ ਸਕਦਾ, ਇਹ ਬੜੀ ਦੂਰ ਨਿਕਲ ਗਿਆ। ਕਹਿੰਦੇ ਮਹਾਰਾਜ ਇਹ ਤਾਂ ਉਧਾਰ ਕਿਵੇਂ। ਸਤਿਗੁਰੂ ਮਹਾਰਾਜ ਕਹਿੰਦੇ ਇਹ ਸਾਡਾ ਹੋ ਗਿਆ ਸੀ, ਵੱਖਰੀ ਗੱਲ ਹੈ ਕਿ ਇਹ ਦੂਰ ਨਿਕਲ ਗਿਆ। ਹੁਣ ਜਿਹੜਾ ਸਾਡਾ ਇੱਕ ਵਾਰੀ ਹੋ ਜਾਏ, ਭਾਵੇਂ ਦੂਰ ਹੀ ਕਿਉਂ ਨਾ ਗਿਆ ਹੋਵੇ, ਅਸੀਂ ਉਹਦਾ ਉਧਾਰ ਜ਼ਰੂਰ ਕਰਦੇ ਹਾਂ ਤੇ ਕਰਾਂਗੇ ਹੁਣ 10ਵੇਂ ਜਾਮੇ ਦੇ ਵਿੱਚ। ਜਰਾ ਇਸ ਗੱਲ ਦੇ ਵਿੱਚ ਲੁਕੀਏ ਸੱਚ ਨੂੰ ਲੱਭ ਕੇ ਦੇਖੋ ਕਿ ਪਹਿਲੇ ਜਨਮ ਦਾ ਜਿਹੜਾ ਵਿਛੜਿਆ ਉਹਦਾ 10ਵੇਂ ਜਾਮੇ 'ਚ ਜਾ ਕੇ ਉਧਾਰ ਹੋਇਆ। ਤੇ ਜੇ ਅੱਜ ਅਸੀਂ ਗੁਰੂ ਤੋਂ ਵਿਛੜ ਜਾਵਾਂਗੇ, ਹੋ ਸਕਦਾ ਸੀ ਉਸੇ ਦਿਨ ਉਧਾਰ ਹੁੰਦਾ ਜੇ ਗੁਰੂ ਦੇ ਕਹੇ ਤੇ ਚੱਲ ਜਾਂਦਾ, ਗੁਰੂ ਦੇ ਹੁਕਮ ਨੂੰ ਸੁਣ ਲੈਂਦਾ, ਮੰਨ ਲੈਂਦਾ। ਲੁਕਦਾ ਨਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਦਾ ਫਰਮਾਨ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੇ ਕੋਈ। ਪੁੱਛੋ ਬਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ। ਅਨੇਕਾਂ ਜੂਨਾਂ ਦੇ ਵਿੱਚੋਂ ਭਰਮ ਕੇ ਵੀ ਆ ਜੇ। ਸਤਿਗੁਰੂ ਮਹਾਰਾਜ ਕਹਿੰਦੇ ਬਿਨ ਸਤਿਗੁਰ
ਮੁਕਤ ਨਾ ਪਾਏ। ਚੂਨਾ ਜਿੰਨੀਆਂ ਮਰਜ਼ੀ ਭੋ ਕੇ ਆ ਜਾ, ਸਤਿਗੁਰੂ ਮਹਾਰਾਜ ਕਹਿੰਦੇ ਮੁਕਤੀ ਜੇਕਰ ਮਿਲਣੀ ਆ ਤੇ ਗੁਰੂ ਦੇ ਚਰਨਾਂ ਦੇ ਵਿੱਚੋਂ ਮਿਲਣੀ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ 10ਵੇਂ ਜਾਮੇ ਦੇ ਵਿੱਚ, ਤੁਸੀਂ ਹਜ਼ੂਰ ਸਾਹਿਬ ਦੀ ਧਰਤੀ ਤੇ ਜਾਂਦੇ ਹੋ, ਉੱਥੇ ਗੁਰਦੁਆਰਾ ਹੈ ਸ਼ਿਕਾਰ ਘਾਟ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਤੀਰ ਦੇ ਨਾਲ ਸਏ ਦਾ ਸ਼ਿਕਾਰ ਕੀਤਾ। ਸਿੱਖ ਪੁੱਛਦੇ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤੁਸੀਂ ਸਇਆ ਮਾਰਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਪਣਾ ਤੀਰ ਤੁਸੀਂ ਨਾਲ ਇਹ ਛੋਟੇ ਜਿਹੇ ਜਾਨਵਰ ਨੂੰ ਮਾਰਦੇ ਪਏ ਹੋ, ਜਾਮਾ ਵੀ ਤੁਹਾਡਾ ਪਿੱਛੇ ਦੌੜ ਦੌੜ ਕੇ ਲੀਰੋ ਲੀਰ ਹੋ ਗਿਆ। ਸਤਿਗੁਰੂ ਮਹਾਰਾਜ ਕੀ ਲੋੜ ਸੀ? ਸਤਿਗੁਰੂ ਮਹਾਰਾਜ ਕਹਿੰਦੇ ਸਾਡਾ ਸੀ ਤੇ ਬੜੇ ਚਿਰ ਤੋਂ ਐਵੇਂ ਭਟਕਦਾ ਫਿਰਦਾ ਸੀ, ਅੱਜ ਇਹਦਾ ਉਧਾਰ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਜੇ ਗੁਰੂ ਤੋਂ ਵਿਛੜ ਜਾਏਗਾ, ਗੁਰੂ ਦੇ ਹੁਕਮ ਦੇ ਵਿੱਚ ਨਹੀਂ ਆਏਗਾ, ਸਤਿਗੁਰੂ ਮਹਾਰਾਜ ਕਹਿੰਦੇ ਉਧਾਰ ਨਹੀਂ ਹੋਣਾ। ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੀਵਤ ਪੇਖੇ ਜਿਨੇ ਹਰ ਹਰ ਧਿਆਇਆ, ਸਾਧ ਸੰਗ ਤਿਨੇ ਦਰਸ਼ਨ ਪਾਇਆ। ਅਸਲ ਦੇ ਵਿੱਚ ਗੁਰੂ ਕਹਿੰਦਾ ਇਹ ਜਿਉਂਦਾ ਕੌਣ ਹੈ? ਕਹਿੰਦੇ ਜਿਉਂਦਾ ਉਹ ਜਿਨ੍ਹਾਂ ਰੱਬ ਨੂੰ ਜਪਿਆ। ਗੁਰੂ ਘਰ ਦੇ ਵਿੱਚ ਸਤਿਗੁਰ ਨੇ ਵੈਸੇ ਪਹਿਲਾ ਸ਼ਬਦ ਸਿੱਖ ਵਰਤਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਦੇਖੋ ਅਸੀਂ ਜਦੋਂ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਜਿਹੜਾ ਦੂਸਰਾ ਬੰਦ ਸ਼ੁਰੂ ਹੁੰਦਾ ਹੈ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ। ਹੁਣ ਗੁਰੂ ਘਰ ਦੇ ਵਿੱਚ 4 ਸਾਹਿਬਜ਼ਾਦੇ ਤੇ ਇਕੱਲੇ ਨਹੀਂ ਨਾ ਹੋਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 2 ਸਾਹਿਬਜ਼ਾਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ 2 ਸਾਹਿਬਜ਼ਾਦੇ ਨੇ, ਦਾਤੂ ਤੇ ਦਾਸੂ ਵੇ। ਗੁਰੂ ਅਮਰਦਾਸ ਮਹਾਰਾਜ ਜੀ ਦੇ 2 ਸਾਹਿਬਜ਼ਾਦੇ ਨੇ, ਬਾਬਾ ਮੋਹਨ ਤੇ ਬਾਬਾ ਮੋਹਰੀ। ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਾਹਿਬਜ਼ਾਦੇ ਨੇ, ਇੱਕ ਤਾਂ ਗੁਰੂ ਅਰਜਨ ਦੇਵ ਮਹਾਰਾਜ ਤੇ 2 ਸਾਹਿਬਜ਼ਾਦੇ ਪ੍ਰਿਥੀ ਚੰਦ ਤੇ ਮਹਾਦੇਵ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਾਹਿਬਜ਼ਾਦੇ ਆ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ, ਅਨੀ ਰਾਏ, ਸੂਰਜਮਲ ਤੇ ਗੁਰੂ ਤੇਗ ਬਹਾਦਰ ਮਹਾਰਾਜ। ਗੁਰੂ ਹਰ ਰਾਏ ਸਾਹਿਬ ਜੀ ਦੇ 2 ਸਾਹਿਬਜ਼ਾਦੇ ਨੇ, ਇੱਕ ਤਾਂ ਗੁਰੂ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ, ਦੂਸਰਾ ਰਾਮ ਰਾਏ ਆ। ਪਰ ਅਸੀਂ ਇਹਨਾਂ ਸਾਰਿਆਂ ਦੇ ਵਿੱਚੋਂ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਅਰਦਾਸ ਦੇ ਵਿੱਚ ਯਾਦ ਕਰਦੇ। ਜੇ ਗਿਣਤੀ ਕਰਕੇ ਵੇਖੋ, ਜੇ ਗੁਰੂ ਸਾਹਿਬਾਨ ਦੇ ਸਨੇ ਕਰਕੇ ਦੇਖੋਗੇ ਤੇ ਤਕਰੀਬਨ 22-23 ਸਾਹਿਬਜ਼ਾਦੇ ਬਣਦੇ ਆ, ਜਿਨ੍ਹਾਂ ਤੋਂ ਕੁਝ ਤਾਂ ਗੁਰੂ ਸਾਹਿਬਾਨ ਜਿਹੜੇ ਸੀ ਗੁਰਤਾ ਗੱਦੀ ਤੇ ਬੈਠੇ ਨੇ, ਬਾਕੀ 13-14 ਸਾਹਿਬਜ਼ਾਦੇ ਨੇ ਜਿਨ੍ਹਾਂ ਨੂੰ ਗੁਰੂ ਘਰ ਦੇ ਵਿੱਚ ਅਸੀਂ ਕਹਿ ਸਕਦੇ ਕਿ ਬਹੁਤੀ ਵੱਡੀ ਥਾਂ ਨਹੀਂ। ਕਿਉਂ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਆ ਕਿ ਅਸਲ ਦੇ ਵਿੱਚ ਮੇਰਾ ਸਿੱਖ, ਮੇਰਾ ਪੁੱਤਰ, ਮੇਰਾ ਭਰਾ, ਮੇਰਾ ਰਿਸ਼ਤੇਦਾਰ, ਮੇਰਾ ਸੰਬੰਧੀ ਉਹ ਹੈ ਜਿਹੜਾ ਭਾਣੇ ਦੇ ਵਿੱਚ ਆਉਂਦਾ, ਜਿਹੜਾ ਹੁਕਮ ਦੇ ਵਿੱਚ ਆਉਂਦਾ, ਜਿਹੜਾ ਮਰਿਆਦਾ ਦੇ ਵਿੱਚ ਰਹਿੰਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜੋ ਵੀ ਗੁਰਬਾਣੀ 'ਚ ਉਪਦੇਸ਼ ਦਿੱਤਾ ਹੈ ਨਾ, ਅਸਲ ਦੇ ਵਿੱਚ ਇਹ ਸਾਰਾ ਹੀ ਉਪਦੇਸ਼ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ ਨੂੰ ਗੁਰਸਿੱਖਾਂ ਨੇ, ਵਿਦਵਾਨਾਂ ਨੇ ਇੱਕ ਰੂਪ ਦੇ ਦਿੱਤਾ ਤੇ ਸਾਨੂੰ ਇੱਕ ਕਿਤਾਬਚਾ ਬਣਾ ਕੇ ਦਿੱਤਾ। ਸਾਡੇ ਧਰਮ ਦਾ ਜਿਹੜਾ ਸੀ ਉਹ ਗਿਆਨ ਦੇਣ ਵਾਸਤੇ, ਧਰਮ ਦੇ ਕਾਨੂੰਨ ਨੂੰ ਦਾਇਰੇ 'ਚ ਬੰਨ੍ਹਣ ਰੱਖਣ ਵਾਸਤੇ ਰਹਿਤ ਮਰਿਆਦਾ ਬਖਸ਼ਿਸ਼ ਕੀਤੀ ਤੇ ਉਹਨੂੰ ਅਸੀਂ ਕਹਿੰਦੇ ਆ ਪੰਥ ਪ੍ਰਵਾਨਿਤ ਰਹਿਤ ਮਰਿਆਦਾ। ਪੰਥ ਦੀ ਰਹਿਤ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਆ ਕਿ ਜਿਹੜਾ ਤੇ ਆਪਣੀ ਮਰਜ਼ੀ ਕਰਦਾ ਪਿਆ, ਗੁਰੂ ਕੇ ਬਚਨ ਅਸੀਂ ਪੜ੍ਹਦੇ ਪਏ ਆ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜੇ ਸਿੱਖ ਹੀ ਉਸ ਨੂੰ ਕਿਹਾ ਗੁਰੂ ਦੇ ਭਾਣੇ ਦੇ ਵਿੱਚ ਹੈ, ਹੁਕਮ ਦੇ ਵਿੱਚ ਆ। ਹੁਣ ਜਿਹੜਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪਣੇ ਭਾਣੇ ਜੋ ਚੱਲੇ ਭਾਈ, ਆਪਣੇ ਭਾਣੇ ਦਾ ਮਤਲਬ ਹੈ ਕਿ ਆਪਣੀ ਵੱਖਰੀ ਮਰਿਆਦਾ, ਆਪਣੇ ਮਨ ਦੇ ਪਿੱਛੇ। ਮਰਿਆਦਾ ਦਾ ਮਤਲਬ ਹੈ ਜਿਸ ਅਨੁਸਾਰ ਅਸੀਂ ਜੀਵਨ ਚਲਾਉਂਦੇ ਪਏ ਹਾਂ। ਜੋ ਸਾਨੂੰ ਰਹਿਤ ਮਰਿਆਦਾ ਕਹਿੰਦੀ ਅਸੀਂ ਉਹ ਨਹੀਂ ਕਰਦੇ ਪਏ। ਰਹਿਤ ਮਰਿਆਦਾ ਕਹਿੰਦੀ ਪਈ ਆ ਕਿ ਇੱਕ ਸਮੇਂ ਇੱਕ ਕੰਮ ਹੋ ਜੇ। ਸਕੂਲ ਦੇ ਵਿੱਚ ਤੁਸੀਂ ਜਾਂਦੇ ਹੋ, ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਜਾਂ ਅਸੀਂ ਸਕੂਲ 'ਚ ਜਦੋਂ ਪੜ੍ਹਦੇ ਸੀ, ਇਸ ਤਰ੍ਹਾਂ ਹੋ ਸਕਦਾ ਹੈ ਕਿ ਟੀਚਰ ਕੋਈ ਹੋਰ ਸਬਜੈਕਟ ਪੜ੍ਹਾਉਂਦਾ ਪਿਆ ਹੋਵੇ ਤੇ ਬੱਚੇ ਕਿਤਾਬ ਕੋਈ ਹੋਰ ਖੋਲ੍ਹ ਕੇ ਬੈਠ ਜਾਣ ਤੇ ਉਹ ਟੀਚਰ ਕਦੇ ਵੀ ਬਰਦਾਸ਼ਤ ਨਹੀਂ ਇਸ ਗੱਲ ਨੂੰ ਕਰਦਾ। ਉਹ ਕਹਿੰਦਾ ਕਿ ਮੈਂ ਤੈਨੂੰ ਕੁਝ ਪੜ੍ਹਾਉਣ ਦਿਆਂ, ਤੂੰ ਕੁਝ ਖੁੱਲ੍ਹ ਕੇ ਬੈਠਾ। ਗੁਰਦੁਆਰੇ ਅਸਲ ਦੇ ਵਿੱਚ ਇੱਕ ਗਿਆਨ ਦਾ ਕੇਂਦਰ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰਦੁਆਰੇ 'ਚ ਤਾਂ ਸੋਝੀ ਮਿਲਣੀ ਹੁੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜੇ ਇੱਥੇ ਆ ਕੇ ਵੀ ਅਸੀਂ ਆਪਣਾ
ਵੱਖਰਾ ਕੰਮ ਕਰਨਾ ਸ਼ੁਰੂ ਕਰ ਦਾਂਗੇ, ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਨਾਲ ਕੁਝ ਪ੍ਰਾਪਤ ਨਹੀਂ ਹੋਣਾ। ਜੋ ਚੱਲਦਾ ਪਿਆ ਹੈ, ਜੋ ਬਾਣੀ ਪੜ੍ਹੀ ਜਾ ਰਹੀ ਹੈ, ਕੀਰਤਨ ਕੀਤਾ ਜਾ ਰਿਹਾ ਹੈ, ਕਥਾ ਹੁੰਦੀ ਪਈ, ਵਿਖਿਆਨ ਹੁੰਦਾ ਪਿਆ, ਗੁਰਬਾਣੀ ਦਾ ਪਾਠ ਚੱਲਦਾ ਪਿਆ, ਅਸਲ ਦੇ ਵਿੱਚ ਮਰਿਆਦਾ ਹੈ ਕਿ ਉਸ ਨੂੰ ਆ ਕੇ ਬੈਠ ਕੇ ਸੁਣੋ, ਕੋਈ ਵੱਖਰਾ ਨਾਲ ਹੋਰ ਕੰਮ ਕਰਨਾ ਸ਼ੁਰੂ ਨਾ ਕਰੋ। ਇੱਕ ਸਮੇਂ ਤੇ ਇੱਕ ਹੀ ਕੰਮ ਹੋਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਜਿਹੜੇ ਆਪਣੇ ਭਾਣੇ ਜੋ ਚੱਲੇ ਭਾਈ, ਜਿਹੜੇ ਆਪਣੇ ਭਾਣੇ ਦੇ ਵਿੱਚ ਚੱਲਦੇ, ਆਪਣੀ ਮਰਜ਼ੀ ਦੇ ਨਾਲ ਚੱਲਦੇ ਆ, ਸਤਿਗੁਰੂ ਮਹਾਰਾਜ ਕਹਿੰਦੇ ਉਹ ਵਿਛੜ ਗਏ, ਜ਼ਰੂਰ ਵਿਛੜਨਗੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਚੋਟਾਂ ਵੀ ਖਾਣਗੇ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵੈ। ਸਤਿਗੁਰੂ ਮਹਾਰਾਜ ਕਹਿੰਦੇ ਇਨਸਾਨ ਸੁੱਖ ਲੱਭਦਾ ਹੈ ਤੇ ਸੁੱਖ ਗੁਰੂ ਤੋਂ ਬਗੈਰ ਨਹੀਂ ਲੱਭ ਸਕਦਾ। ਗੁਰੂ ਦੇ ਹੁਕਮ 'ਚ ਚੱਲਿਆ ਹੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਅੱਗੇ ਸੀਸ ਭੇਟ ਕਰ ਦਿਓ, ਤੇ ਸੀਸ ਭੇਟ ਕਰਨ ਦਾ ਮਤਲਬ ਹੈ ਕਿ ਸਿਰ ਦੇ ਉੱਤੋਂ ਹੀ ਸਾਡਾ ਸਾਰਾ ਸਰੀਰ ਚੱਲਦਾ ਪਿਆ ਹੈ ਨਾ। ਸਿਰ ਹੀ ਤਾਂ ਸੋਚਦਾ ਹੈ, ਸਿਰ ਹੀ ਤਾਂ ਪੁੱਠੇ ਪਾਸੇ ਚੱਲਦਾ, ਸਿਰ ਹੀ ਤਾਂ ਕਹਿੰਦਾ ਨਹੀਂ ਆਹ ਮਰਿਆਦਾ ਕੀ ਕਰਨੀ, ਗੁਰੂ ਦੀ ਮਰਿਆਦਾ ਤੇ ਅਸੀਂ ਕਿਉਂ ਤੁਰਨਾ, ਜੋ ਮੇਰਾ ਮਨ ਕਹਿੰਦਾ ਉਹ ਸਹੀ ਹੋ ਸਕਦਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਸਿਰ ਭੇਟ ਕਰਦੇ ਗੁਰੂ ਅੱਗੇ, ਤੂੰ ਆਪਦੀ ਮਰਜ਼ੀ ਨਾਲ ਨਾ ਸੋਚੇ, ਜੋ ਗੁਰੂ ਕਹਿੰਦਾ ਹੈ ਉਸ ਦੇ ਅਨੁਸਾਰ ਤੂੰ ਚੱਲੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰ ਕੇ ਦਾਸ ਸੁਹੇਲੇ ਭਾਈ, ਜਿਹੜੇ ਤਾਂ ਪ੍ਰਮਾਤਮਾ ਵਾਹਿਗੁਰੂ ਦੇ ਦਾਸ ਬਣੇ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਆ ਕਿ ਉਹ ਸੁਖੀ ਹੋ ਗਏ। ਸੁਹੇਲੇ ਦਾ ਅਰਥ ਹੈ ਸੁਖੀ ਹੋ ਗਏ। ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ, ਆਪੇ ਮੇਲ ਮਿਲਾਏ। ਵਾਹਿਗੁਰੂ ਫਿਰ ਕਿਰਪਾ ਕਰਦਾ, ਜਿਹੜੇ ਪਿਛਲੇ ਜਨਮਾਂ ਦੇ ਕੀਤੇ ਹੋਏ ਪਾਪ ਸੀ, ਸਤਿਗੁਰੂ ਮਹਾਰਾਜ ਕਹਿੰਦੇ ਇੱਕ ਛਿਨ ਵਿੱਚ ਕੱਟ ਕੇ ਜਿਹੜਾ ਮਰਿਆਦਾ ਹੁਕਮ ਦੇ ਵਿੱਚ ਰਹਿੰਦਾ ਉਹਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ, ਰਹਾਉ ਵਿਸ਼ਰਾਮ ਦਿੰਦੇ। ਸਤਿਗੁਰੂ ਮਹਾਰਾਜ ਕਹਿੰਦੇ ਇਹ ਕੁਟੰਬ ਸਭ ਜੀ ਕੇ ਬੰਧਨ ਪਾਏ। ਇਹ ਅਸਲ ਦੇ ਵਿੱਚ ਜੇ ਪਰਿਵਾਰ ਕਰਕੇ ਰੱਬ ਭੁੱਲ ਗਿਆ ਨਾ, ਸਤਿਗੁਰੂ ਮਹਾਰਾਜ ਕਹਿੰਦੇ ਪਰਿਵਾਰ ਬੰਧਨ ਆ, ਹੋਰ ਕੁਝ ਵੀ ਨਹੀਂ। ਤੇ ਜੇ ਪਰਿਵਾਰ ਕਰਕੇ ਸ਼ੁਕਰਾਨਾ ਆਉਂਦਾ, ਮਹਾਰਾਜ ਸ਼ੁਕਰ ਆ ਤੇਰਾ ਘਰ 'ਚ ਔਲਾਦ ਦਿੱਤੀ, ਘਰ ਦੇ ਦਿੱਤਾ, ਕਾਰ ਦੇ ਦਿੱਤੀ, ਕੋਠੀ ਦੇ ਦਿੱਤੀ, ਕਾਰੋਬਾਰ ਦੇ ਦਿੱਤਾ, ਫਿਰ ਸਤਿਗੁਰੂ ਮਹਾਰਾਜ ਕਹਿੰਦੇ ਉਹ ਕੁਟੰਬ ਬੰਧਨ ਨਹੀਂ। ਤੇ ਜੇ ਕੁਟੰਬ ਕਰਕੇ ਪਰਿਵਾਰ ਕਰਕੇ ਰੱਬ ਭੁੱਲ ਜੇ, ਸਤਿਗੁਰੂ ਮਹਾਰਾਜ ਕਹਿੰਦੇ ਬੰਧਨ ਹੈ। ਭਰਮ ਭੁੱਲਾ ਸੈਂ ਸਾਰਾ ਸੰਸਾਰ, ਇਸੇ ਦੇ ਵਿੱਚ ਹੀ ਭੁੱਲਿਆ ਫਿਰਦਾ ਹੈ। ਬਿਨ ਗੁਰ ਬੰਧਨ ਟੁੱਟਹਿ ਨਾਹੀ, ਗੁਰਮੁਖ ਮੋਖ ਦੁਆਰਾ। ਗੁਰੂ ਤੋਂ ਬਗੈਰ ਬੰਧਨ ਨਹੀਂ ਟੁੱਟ ਸਕਦੇ, ਮੁਕਤੀ ਨਹੀਂ ਮਿਲ ਸਕਦੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਮੋਖ ਦੁਆਰ ਕਦੋਂ ਮਿਲਦਾ, ਜਿਸ ਦਿਨ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਹੁਕਮ ਭਾਣੇ ਦੇ ਵਿੱਚ ਰਹਿ ਕੇ, ਗੁਰੂ ਦੀ ਸਿੱਖਿਆ ਲੈ ਕੇ ਚੱਲੇਗਾ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ, ਮਰ ਜਨਮਹਿ ਵਾਰੋ ਵਾਰਾ। ਹੁਣ ਕਰਮ ਕਰੀ ਜਾਣਾ ਹੈ ਪਰ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ, ਗੁਰੂ ਦੇ ਸ਼ਬਦ ਨੂੰ ਨਹੀਂ ਮੰਨਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਬਸ ਆ ਗਏ, ਮੱਥਾ ਵੀ ਟੇਕਿਆ, ਅਰਦਾਸ ਵੀ ਕੀਤੀ ਤੇ ਬੈਠੇ ਵੀ ਘੜੇ, ਪਰ ਘੜੀ ਬੈਠਣ ਤੋਂ ਭਾਵ ਇਹ ਨਹੀਂ ਸੀ ਕਿ ਬਸ ਵਿਖਾਵਾ ਕਰਨਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੇ ਹੁਕਮ ਨੂੰ ਮੰਨਣਾ ਹੈ, ਜੋ ਗੁਰੂ ਕਹਿੰਦਾ ਉਸ ਸਿੱਖਿਆ ਨੂੰ ਲੈ ਕੇ ਜਾਣਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਸਿੱਖਿਆ ਨਹੀਂ ਲੈਂਦੇ ਪਏ, ਸਤਿਗੁਰੂ ਮਹਾਰਾਜ ਕਹਿੰਦੇ ਉਹ ਫਿਰ ਵੀ ਗੁਰੂ ਦੀ ਗੱਲ ਨੂੰ ਸੁਣ ਕੇ ਵੀ ਬਾਰ-ਬਾਰ ਜੰਮਦੇ ਮਰਦੇ ਪਏ ਨੇ। ਹਉ ਮੇਰਾ ਜਗ ਪਲਚ ਰਿਹਾ ਭਾਈ, ਕੋਈ ਨਾ ਕਿਸੇ ਹੀ ਕੇਰਾ। ਕਹਿੰਦੇ ਸੰਸਾਰ ਬਸ ਇਸੇ 'ਚ ਹੀ ਗਵਾਚਾ ਫਿਰਦਾ ਹੈ, ਆ ਵੀ ਮੇਰਾ, ਆ ਵੀ ਮੇਰਾ, ਹਉ ਮੇਰਾ, ਮੈਂ ਤੇ ਮੇਰੀ ਦੇ ਵਿੱਚ ਬਸ ਫਸਿਆ ਹੈ। ਹਉ ਮੇਰਾ ਜਗ ਪਲਚ ਰਿਹਾ ਭਾਈ, ਕੋਈ ਨਾ ਕਿਸੇ ਹੀ ਕੇਰਾ। ਅਸਲ ਦੇ ਵਿੱਚ ਹੈ ਇੱਥੇ ਕੋਈ ਵੀ ਕਿਸੇ ਦਾ ਕੁਝ ਨਹੀਂ, ਬੰਦਾ ਬਸ ਆਪੇ ਮੈਂ ਕਰੀ ਜਾਂਦਾ ਹੈ। ਪਤਾ ਉਦੋਂ ਲੱਗਦਾ ਜਿੱਦਣ ਭਾਂਡੇ ਦੇ ਵਿੱਚੋਂ ਸਵਾਸ ਨਿਕਲ ਜਾਂਦੇ ਤੇ ਖਾਲੀ ਭਾਂਡੇ ਨੂੰ ਫਿਰ ਮੜੀਆਂ ਦੇ ਵਿੱਚ ਰੱਖ ਆਉਂਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਮੁਖ ਮਹਿਲ ਪਾਇਨ, ਗੁਣ ਗਾਇਨ ਨਿਜ ਕਰ ਹੋਏ ਬਸੇਰਾ। ਗੁਰੂ ਦੇ ਸਨਮੁਖ ਹੋ ਕੇ ਜਿਹੜੇ ਜਪਦੇ ਆ ਉਹਨਾਂ ਨੂੰ ਗੁਰੂ ਦਾ ਨਿਜ ਘਰ ਪ੍ਰਾਪਤ ਹੋ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇੱਥੇ ਬੂਝੈ ਸੋ ਆਪ ਪਛਾਣੇ, ਹਰ ਪ੍ਰਭ ਹੈ ਤਿਸ ਕੇਰਾ। ਜਿਹੜੇ ਇੱਥੇ ਸੰਸਾਰ 'ਚ ਰਹਿੰਦਿਆਂ ਹੋਇਆ ਇਸ ਗੱਲ ਨੂੰ ਬੁੱਝ ਲੈਂਦੇ ਆ, ਜਾਣ ਲੈਂਦੇ ਆ, ਸਤਿਗੁਰੂ ਮਹਾਰਾਜ ਕਹਿੰਦੇ ਉਹ ਰੱਬ ਦੇ ਨਾਲ, ਪ੍ਰਭੂ ਪਰਮਾਤਮਾ ਦੇ ਨਾਲ, ਹਰ ਪ੍ਰਭ ਹੈ ਤਿਸ ਕੇਰਾ, ਉਹਦੇ ਨਾਲ ਫਿਰ ਪਹਿਚਾਨ ਬਣ ਜਾਂਦੀ ਹੈ, ਉਹਦੇ ਨਾਲ ਰਿਸ਼ਤਾ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਨ ਭਾਗਾਂ ਕਿਆ ਪਾਈਏ। ਗੁਰੂ ਤਾਂ ਸਦਾ ਤੋਂ ਹੀ ਦਿਆਲ ਹੈ, ਕਮੀ ਸਾਡੇ ਵਿੱਚ ਹੁੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਾਡੇ ਭਾਗ ਚੰਗੇ ਨਹੀਂ ਹੁੰਦੇ ਜਿਹੜਾ ਅਸੀਂ ਆ ਕੇ ਬੈਠਦੇ ਨਹੀਂ ਸੰਗਤ 'ਚ, ਜੇ ਬੈਠਦੇ ਹਾਂ ਤੇ ਸੁਣ ਕੇ ਕੁਝ ਨਹੀਂ ਜਾਂਦੇ। ਸਤਿਗੁਰੂ ਮਹਾਰਾਜ ਕਹਿੰਦੇ ਏਕ ਨਦਰ ਕਰ ਵੇਖੇ ਸਭ ਉੱਪਰ,
ਜਿਹਾ ਭਾਉ ਤਿਹਾ ਫਲ ਪਾਈਏ। ਗੁਰੂ ਦੀ ਦੂਰੀ ਨਿਗਾਹ ਨਹੀਂ, ਗੁਰੂ ਦੋ ਨਿਗਾਹ ਨਾਲ ਨਹੀਂ ਦੇਖਦਾ ਕਿ ਆਪਣਿਆਂ ਨੂੰ ਹੋਰ ਨਿਗਾਹ ਨਾਲ ਦੇਖਦਾ ਹੋਵੇ ਤੇ ਦੂਸਰੇ ਕਿਸੇ ਨੂੰ ਹੋਰ ਨਾਲ। ਸਤਿਗੁਰੂ ਮਹਾਰਾਜ ਕਹਿੰਦੇ ਏਕ ਨਦਰ ਕਰ ਵੇਖੇ ਸਭ ਉੱਪਰ, ਉਹ ਇੱਕੋ ਨਿਗਾਹ ਸਾਰਿਆਂ ਤੇ ਰੱਖਦਾ ਹੈ। ਪਰ ਅਸਲ 'ਚ ਹੁੰਦਾ ਕੀ ਇਹ ਸਤਿਗੁਰੂ ਮਹਾਰਾਜ ਕਹਿੰਦੇ ਜਿਹਾ ਭਾਉ, ਜਿਸ ਤਰ੍ਹਾਂ ਦੇ ਮਨ ਦੇ ਵਿੱਚ ਫੁਰਨੇ ਪੈਦਾ ਹੋਏ, ਜਿਸ ਤਰ੍ਹਾਂ ਦੀ ਨੀਤ ਅੰਦਰ ਬਣੀ, ਜਿਸ ਤਰ੍ਹਾਂ ਦੀ ਬਿਰਤੀ ਅੰਦਰ ਪੈਦਾ ਹੋਈ, ਕਹਿੰਦੇ ਫਲ ਫਿਰ ਉਸੇ ਤਰ੍ਹਾਂ ਦਾ ਹੀ ਲੱਗਿਆ। ਕਿਉਂਕਿ ਨੀਤ ਬਿਰਤੀ ਇੱਕ ਬੀਜ ਦਾ ਕੰਮ ਕਰਦੇ ਤੇ ਬੀਜ ਜੈਸਾ ਬੀਜਾਂਗੇ ਉਗਣਾ ਉਹੋ ਜਿਹਾ ਹੀ ਹੈ। ਸਤਿਗੁਰੂ ਮਹਾਰਾਜ ਆਖਰੀ ਪੰਕਤੀ 'ਚ ਕਹਿੰਦੇ ਆ, ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਏ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਹਿਰਦੇ ਵਿੱਚ ਵਸ ਜੇ, ਅੰਤਰ ਦੇ ਅਰਥ ਆ ਕਿ ਹਿਰਦੇ ਵਿੱਚ ਵਸ ਜੇ। ਸਤਿਗੁਰੂ ਮਹਾਰਾਜ ਕਹਿੰਦੇ ਵਿੱਚੋਂ ਆਪ ਗਵਾਈਏ, ਆਪ ਦੇ ਅਰਥ ਗਵਾਈਏ ਦੇ ਆ ਕਿ ਸਤਿਗੁਰੂ ਮਹਾਰਾਜ ਕਹਿੰਦੇ ਵਿੱਚੋਂ ਹੰਕਾਰ ਮੁੱਕ ਜਾਂਦਾ ਹੈ, ਵਿੱਚੋਂ ਮੈਂ ਮੇਰੀ ਮੁੱਕ ਜਾਂਦੀ ਹੈ। ਤੇ ਜਿੱਦਣ ਮੈਂ ਮੇਰੀ ਹਉਮੈ ਮੁੱਕਦੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਉਸ ਦਿਨ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਸੋ ਮਿਲਾਪ ਦਾ ਜਿਹੜਾ ਮੁੱਖ ਜਿਹੜਾ ਸਤਿਗੁਰੂ ਮਹਾਰਾਜ ਕਹਿੰਦੇ ਨਾ ਮਿਲਣ ਦਾ ਤਰੀਕਾ ਹੈ, ਸਤਿਗੁਰੂ ਕਹਿੰਦੇ ਕਿ ਗੁਰੂ ਦੇ ਭਾਣੇ 'ਚ ਰਹਿ, ਗੁਰੂ ਦੇ ਹੁਕਮ ਦੇ ਵਿੱਚ ਚੱਲ, ਆਪਣੀ ਮਰਜ਼ੀ ਅਨੁਸਾਰ ਨਾ ਜੀ, ਆਪਣੀਆਂ ਮਰਜ਼ੀਆਂ ਕਰੇਗਾ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਵਿਛੜੇਗਾ, ਚੋਟਾਂ ਖਾਏਗਾ, ਦੁਖੀ ਹੋਏਗਾ। ਤੇ ਜਿਹੜੇ ਦੁਖੀ ਹੁੰਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਉਹ ਵੱਡੇ ਰੋਗ ਵਾਲੇ ਪਾਸੇ ਲੱਗ ਜਾਂਦੇ, ਵੱਡਾ ਵਿਛੋੜਾ ਲੱਗ ਜਾਂਦਾ ਹੈ, ਜਨਮ ਮਰਨ ਦੇ ਗੇੜ ਦੇ ਵਿੱਚ ਪੈ ਜਾਂਦੇ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।